सत श्री अकाल जी। अज का यह वीडियो जिहड़ा खेती ऑर्डीनेंस जिहड़े 3 खेती ऑर्डीनेंस लैके आई है केंद्र सरकार, ਉਹਦੀ थोड़ी जी डिटेल दे विच जानकारी तुहानूं दे सकीए ਉਹਦੇ ਲਈ बना रहे हैं। ਇਹਦੇ फायदे तो शायद कोई भी नहीं है तो मैं कोई भी नहीं गिना पावांगा, पर नुकसान ਇਹਦੇ किस वर्ग ਨੂੰ ਨੇ ਤੇ किस तरीके ਦੇ ਨਾਲ ਨੇ, ਇਹਦੇ ਬਾਰੇ ਅਸੀਂ ਸੰਖੇਪ ਦੇ ਵਿੱਚ ਜਿਹੜੀ ਜਾ ਕੇ ਆਓ ਚਰਚਾ ਕਰਾਂਗੇ। किसान, आड़ती, शैलर मालक, खेत मजदूर, शैलरां च काम करने वाले लोग या किसी भी सूबे दे लगभग 70% आबादी जिहड़ी है वो पिंडां विच रहण वाली आबादी है, जिहदा मुख रूप दे विच जिहड़ा खिता है या तो वो किसानी है या खेत मजदूरी है या किसानां दे एक तरीके नाल कह लो तो किसानां दे सिर तो ही हर तरीके का व्यापार जिहड़ा है वो चलदा है। हुण ये एक्ट है कि क्यों जरूरत पई देश भर के किसानां नूं दोबारा तो इस जिहड़ा एडी वड्डी महामारी चल रही है इहदे विच निकल के अपनियां जानां नूं खतरे दे विच पा के जिहड़े है उन्हां नूं रोष धरने मुजाहरे प्रदर्शन करने पै रहे ने, एक अंदोलन हो रहा है। उहदे पिछे दा मुख कारण की है? हुण कारण यह है कि केंद्र सरकार जिहड़ी कि 2017 तो लगातार सूबियां दे उत्ते एक जिहड़ा है वो प्रेशर बना रही सी कि तुसी अपना जिहड़ा है मंडी सोध एक्ट लैके आओ। मंडी सोध एक्ट का मतलब है कि लगभग सारियां ही पावरां जिहड़ियां ने, सारियां ही जिन्नियां भी पावरां ने सूबे की सरकार दे कोल, उन्हां नूं खत्म कर दिओ। इहदे नाल फायदा किहदा हो रहा है? इहदे नाल फायदा सिर्फ एक वर्ग का हो रहा है, वो है कॉरपोरेट वर्ग। जिवें कि असीं सारे जानते हैं और 2014 तो लगातार एक गल हुंदी आ रही है कि मोदी सरकार जिहड़ी है वो सूट बूट की सरकार है। वाकई ही सूट बूट की सरकार है। अगे असीं चर्चा करांगे कि इहदे नाल फर्क किहनूं पवेगा। इहदे नाल फर्क पवेगा साडे देश दे संघी ढांचे नूं, जिहड़ा फैडरल स्ट्रक्चर है उस नूं सब तो वध फर्क पएगा। संघी ढांचे नूं फर्क इस प्रकार नाल पएगा कि उदाहरण के तौर पर मैं तुहानूं दस्सां भी जिहड़ी मार्केट कमेटियां या मंडियां ने जिहड़ियां साडीਆਂ, ਜਦੋਂ ਸਾਡੀਆਂ ਮੰਡੀਆਂ ਦੇ ਵਿੱਚ ਕੋਈ ਵੀ ਜਿਹੜੀ ਫਸਲ ਆਉਂਦੀ ਹੈ ਤੇ ਉਹਦੀ ਜਿਹੜੀ ਮਾਰਕੀਟ ਫੀਸ ਹੁੰਦੀ ਹੈ ਉਹ 3% ਹੁੰਦੀ ਹੈ ਤੇ ਉਹ 3% ਜਿਹੜੀ ਫੀਸ ਹੈ ਉਹ ਮਾਰਕੀਟ ਕਮੇਟੀਆਂ ਨੂੰ ਦੇ ਰਾਹੀਂ ਸਰਕਾਰ ਕੋਲ ਪਹੁੰਚਦੀ ਹੈ, ਸੂਬਾ ਸਰਕਾਰ ਕੋਲ ਪਹੁੰਚਦੀ ਹੈ। ਇਹ ਇਸ ਐਕਟ ਨੂੰ ਲਿਆਉਣ ਤੋਂ ਬਾਅਦ ਜਦੋਂ ਇਸ ਨੂੰ ਪੂਰਨ ਰੂਪ ਦੇ ਵਿੱਚ ਪ੍ਰਾਈਵੇਟ ਕਰ ਦਿੱਤਾ ਜਾਏਗਾ, ਇਹ ਜਿਹੜੀ ਮਾਰਕੀਟ ਕਮੇਟੀ ਦੀ ਜਿਹੜੀ ਮੰਡੀ ਹੈ ਉਸ ਨੂੰ ਮੰਡੀਕਰਨ ਦੀ ਜਿਹੜਾ ਇੱਕ ਦਾਇਰਾ ਹੈ, ਉਸ ਤੋਂ ਬਾਅਦ ਹਰ ਖੇਤ ਹਰ ਸੜਕ ਨੂੰ ਜਿਹੜਾ ਹੈ ਉਹ ਇਸ ਆਰਡੀਨੈਂਸ ਦੇ ਤਹਿਤ ਜਿਹੜਾ ਹੈ ਉਹ ਇੱਕ ਪ੍ਰਾਈਵੇਟ ਮੰਡੀ ਬਣਾ ਦਿੱਤਾ ਗਿਆ ਹੈ। ਅਸੀਂ ਗੱਲ ਕਰਾਂਗੇ ਕਿ ਇਹਦੇ ਪਿੱਛੇ ਦਾ ਕਾਰਨ ਕੀ ਹੈ। ਇਹਦੇ ਪਿੱਛੇ ਦਾ ਕਾਰਨ ਇਹ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦਾ ਜਿਹੜਾ ਸਭ ਤੋਂ ਵੱਡਾ ਵਰਗ ਹੈ ਉਹਦਾ ਗੁਲਾਮ ਬਣਾਉਣਾ। ਕਾਰਪੋਰੇਟ ਘਰਾਣੇ 69% ਆਬਾਦੀ ਜਿਹੜੀ ਪਿੰਡਾਂ ਵਿੱਚ ਰਹਿੰਦੀ ਹੈ, ਖੇਤੀ ਤੇ ਨਿਰਭਰ ਹੈ, ਉਹਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹਨ। ਜਦੋਂ ਅੱਗੇ ਆਪਾਂ ਇਸ ਦੀ ਗੱਲ ਡਿਟੇਲ ਦੇ ਵਿੱਚ ਕਰਦੇ ਜਾ ਰਹੇ ਹਾਂ ਤੇ ਜੋ ਪ੍ਰਾਈਵੇਟ ਪਲੇਅਰ ਦੀ ਇਸ ਆਰਡੀਨੈਂਸ ਦੇ ਲਾਗੂ ਹੋਣ ਤੋਂ ਬਾਅਦ ਜੋ ਪ੍ਰਾਈਵੇਟ ਪਲੇਅਰ ਦੀ ਮਨਮਰਜ਼ੀ ਹੋਏਗੀ, ਕੰਮ ਸਿਰਫ ਉਸੇ ਤਰੀਕੇ ਨਾਲ ਹੀ ਹੋਏਗਾ। ਉਹ ਕਿਵੇਂ ਹੋਏਗਾ? ਉਦਾਹਰਨ ਦੇ ਤੌਰ ਤੇ ਜੇ ਅਸੀਂ ਮੰਡੀਆਂ ਦੇ ਵਿੱਚੋਂ ਖਰੀਦ ਨਹੀਂ ਕਰਦੀ, ਜਿਹੜੀ ਕਿ ਜ਼ਿਆਦਾਤਰ ਸਾਡੀਆਂ ਪ੍ਰਾਈਵੇਟ ਸਰਕਾਰੀ ਖਰੀਦ ਏਜੰਸੀਆਂ ਨੇ, ਜਿਵੇਂ ਕਿ FCI ਹੋ ਗਈ ਜਾਂ ਸਾਡੇ ਪੰਜਾਬ ਦੀਆਂ ਜਿੰਨੀਆਂ ਏਜੰਸੀਆਂ ਨੇ, ਮਾਰਕਫੈਡ ਹੋ ਗਈ, ਇਹ ਸਾਡੀ ਜਿਹੜੀ ਹੈ ਇਹ ਮੰਡੀਆਂ ਦੇ ਵਿੱਚੋਂ ਸਾਡੀ ਫਸਲ ਦੀ ਖਰੀਦ ਕਰਦੀਆਂ ਨੇ। ਫਿਰ ਉਹ ਖਰੀਦ ਕਰਨ ਤੋਂ ਬਾਅਦ ਕੀ ਹੁੰਦਾ ਹੈ ਕਿ ਜਿੱਦਾਂ ਸਾਡੇ ਪੂਰੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ 3000 ਸ਼ੈਲਰ ਨੇ, ਉਹਨਾਂ ਸ਼ੈਲਰਾਂ ਦੇ ਵਿੱਚ ਇੱਕ ਡਿਸਟ੍ਰਿਕਟ ਦੀ ਇੱਕ ਕਮੇਟੀ ਬਣਦੀ ਹੈ। ਕਮੇਟੀ ਜਿਹੜੀ ਹੈ ਝੋਨੇ ਦੀ, ਜੇ ਆਪਾਂ ਗੱਲ ਕਰੀਏ ਤੇ ਝੋਨੇ ਦੀ ਫਸਲ ਦੀ ਖਰੀਦ ਤੋਂ ਬਾਅਦ ਡਿਸਟ੍ਰਿਕਟ ਦੀ ਇੱਕ ਕਮੇਟੀ ਹੁੰਦੀ ਹੈ। ਡਿਸਟ੍ਰਿਕਟ ਦੀ ਕਮੇਟੀ ਇਹ ਡਿਸਾਈਡ ਕਰਦੀ ਹੈ ਕਿ ਕਿਸ ਸ਼ੈਲਰ ਨੂੰ ਕਿੰਨਾ ਝੋਨਾ ਦਿੱਤਾ ਜਾਵੇਗਾ ਤੇ ਉਹਦੇ ਬਦਲੇ ਉਹ ਉਸ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਜਿਹੜਾ ਚੌਲ ਹੈ ਇਹ ਵਾਪਸ ਉਹ ਸਰਕਾਰ ਨੂੰ ਦਿੰਦਾ ਹੈ। ਉਹਦੇ ਬਦਲੇ ਉਹਦੀ ਇੱਕ
कोई फीस ਹੁੰਦੀ ਹੈ ਉਹ ਸਰਕਾਰ ਜਿਹੜੀ ਹੈ ਉਹਨੂੰ ਪੇ ਕਰਦੀ ਹੈ। ਜਦੋਂ ਪ੍ਰਾਈਵੇਟ ਪਲੇਅਰ ਆਏਗਾ ਉਹ ਕਿਤੇੋਂ ਵੀ ਖਰੀਦ ਕਰੇਗਾ, ਕਿਸੇ ਵੀ ਸ਼ੈਲਰ ਦੇ ਵਿੱਚ ਆਪਣੀ ਮਨਮਰਜ਼ੀ ਦੇ ਨਾਲ ਉਹਨੂੰ ਲੈ ਕੇ ਜਾਏਗਾ। ਜ਼ਰੂਰੀ ਨਹੀਂ ਹੈ ਕਿ ਪੰਜਾਬ ਦਾ ਝੋਨਾ ਪੰਜਾਬ ਦੇ ਸ਼ੈਲਰਾਂ 'ਚ ਹੀ ਜਾਵੇ, ਹੋ ਸਕਦਾ ਉਸਨੂੰ ਹਰਿਆਣੇ ਲੈ ਜਾਏ, ਹੋ ਸਕਦਾ ਉਸਨੂੰ ਯੂਪੀ ਲੈ ਜਾਏ, ਹੋ ਸਕਦਾ ਉਹਨੂੰ ਕਿਸੇ ਹੋਰ ਸੂਬੇ ਦੇ ਵਿੱਚ ਜਾ ਕੇ ਪ੍ਰੋਸੈਸ ਕਰਾਵੇ। ਔਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਵਾਪਸ ਉਹ ਜਿਹੜਾ ਝੋਨਾ ਹੈ ਜਾਂ ਜਿਹੜੇ ਚੌਲ ਜਿਹੜੇ ਉਹਨੂੰ ਪ੍ਰੋਸੈਸਿੰਗ ਤੋਂ ਬਾਅਦ ਬਚੇ ਉਹ ਚੌਲ ਜਿਹੜੇ ਆ ਉਹ ਸਾਡੇ ਸੂਬੇ 'ਚ ਵਾਪਸ ਆਉਣਗੇ। ਦੋ ਚੀਜ਼ਾਂ। ਹੁਣ ਤੀਸਰੀ ਚੀਜ਼, ਜਿਹੜਾ ਪ੍ਰਾਈਵੇਟ, ਇਸ ਤੋਂ ਪਹਿਲਾਂ ਕੀ ਐਕਟ ਕੀ ਸੀ? ਇਸ ਤੋਂ ਪਹਿਲਾਂ ਐਕਟ ਇਹ ਸੀ ਕਿ ਜਦੋਂ ਸਰਕਾਰੀ ਏਜੰਸੀ ਖਰੀਦ ਕਰਦੀ ਸੀ ਜਾਂ ਕੋਈ ਵੀ ਸਾਡਾ ਆੜਤੀ ਭਰਾ ਜਾਂ ਕੋਈ ਵੀ ਜਿਹੜਾ ਬੰਦਾ ਜਿਹੜਾ ਉਹਦੀ ਜਦੋਂ ਖਰੀਦ ਕਰਦਾ ਸੀ ਤੇ ਉਹਨੂੰ ਉਹ ਇੱਕ ਮਾਨਤਾ ਪ੍ਰਾਪਤ ਖਰੀਦ ਏਜੰਸੀ ਹੀ ਬਣ ਜਾਂਦਾ ਸੀ, ਕਿਉਂਕਿ ਉਹਨੂੰ ਮੰਡੀ ਬੋਰਡ ਦੇ ਤੋਂ ਉਹਦੀ ਜਿਹੜੀ ਮਾਨਤਾ ਲੈਣੀ ਪੈਂਦੀ ਸੀ, ਉਹਨੂੰ ਇੱਕ ਪ੍ਰੋਪਰ ਫਰਮ ਰਜਿਸਟਰ ਕਰਾ ਕੇ ਉਹ ਪਰਚੇਜ਼ ਕਰ ਸਕਦਾ ਸੀ। ਪਰ ਇਸ ਪ੍ਰਾਈਵੇਟ ਜਿਹੜਾ ਹੱਥਾਂ 'ਚ ਜਾਣ ਨਾਲ ਕੀ ਹੋਵੇਗਾ ਕਿ ਕੋਈ ਵੀ ਵਿਅਕਤੀ ਜਿਹੜਾ ਪੈਨ ਕਾਰਡ ਧਾਰਕ ਹੈ ਉਹ ਪੈਨ ਕਾਰਡ ਧਾਰਕ ਹੀ ਜਿਹੜਾ ਹੈ ਕਿਤੇੋਂ ਵੀ ਕੋਈ ਚੀਜ਼ ਦੀ ਖਰੀਦ ਕਰ ਸਕਦਾ ਹੈ। ਪਹਿਲਾਂ ਜਿਹੜਾ APMC ਸੀ ਉਹ APMC ਐਕਟ ਸੀਗਾ, ਉਹ ਇੱਕ ਰੈਗੂਲਰਾਈਜ਼ਡ ਇੱਕ ਸਿਸਟਮ ਸੀ ਚੀਜ਼ਾਂ ਨੂੰ ਪਰਚੇਜ਼ ਕਰਨ ਦਾ। ਤੇ ਜਿਹੜਾ ਇਹ ਪ੍ਰਾਈਵੇਟ ਆ ਰਿਹਾ ਹੈ ਇਹਦੇ ਵਿੱਚ ਕੋਈ ਰੂਲਸ ਐਂਡ ਰੈਗੂਲੇਸ਼ਨ ਫੋਲੋ ਨਹੀਂ ਕੀਤੇ ਜਾਣਗੇ। ਕੇਂਦਰ ਇਹ ਕਰਨਾ ਕਿਉਂ ਚਾਹੁੰਦੀ ਹੈ? ਕੇਂਦਰ ਇਸ ਲਈ ਕਰਨਾ ਚਾਹੁੰਦੀ ਹੈ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਤੇ ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਸੂਬਿਆਂ ਨੂੰ ਜਿਹੜੀ ਬਹੁਤੀ ਆਮਦਨ ਆਉਂਦੀ ਹੈ ਉਹ ਆਉਂਦੀ ਹੈ ਖੇਤੀ ਤੋਂ। ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੀ ਜਿਹੜੀ GDP ਹੈ ਉਸ GDP ਦਾ 24% ਜਿਹੜੀ ਕੰਟਰੀਬਿਊਸ਼ਨ ਹੈ, ਜਿਹੜਾ 24% ਦਾ ਯੋਗਦਾਨ ਹੈ ਉਹ ਖੇਤੀ ਪਾਉਂਦੀ ਹੈ। ਜਦੋਂ ਖੇਤੀ ਤੋਂ ਫਸਲ ਮੰਡੀਆਂ 'ਚ ਆਉਂਦੀ ਸੀ ਤੇ ਉੱਥੇ ਜਿਹੜੀ ਹੈ ਸਰਕਾਰ 3% ਉਹਦੀ ਫੀਸ ਲੈਂਦੀ ਸੀ ਤੇ ਸਰਕਾਰ ਨੂੰ ਇੱਕ ਰੈਵਨਿਊ ਜਿਹੜੀ ਉਹਦੀ ਜਨਰੇਸ਼ਨ ਹੁੰਦੀ ਸੀ। ਹੁਣ ਕੀ ਹੋਵੇਗਾ? ਸੂਬਾ ਸਰਕਾਰ ਕੋਲ ਅਧਿਕਾਰ ਨਹੀਂ ਰਹਿਣਗੇ ਤੇ ਉਹ ਕੋਈ ਫੀਸ ਨਹੀਂ ਲੈ ਸਕੇਗੀ ਤੇ ਸੂਬਾ ਇਹਨੂੰ ਉਹਦੇ ਫਸਲ ਦੇ ਵਿੱਚੋਂ ਕੋਈ ਵੀ ਰੈਵਨਿਊ ਜਿਹੜਾ ਮੰਡੀਕਰਨ ਦੇ ਵਿੱਚੋਂ ਕੋਈ ਵੀ ਰੈਵਨਿਊ ਨਹੀਂ ਆਏਗਾ, ਉਹ 0% ਦੇ ਉੱਤੇ ਆ ਜਾਏਗਾ। ਬਹੁਤ ਸਾਰੇ ਸਾਡੇ ਭਰਾ ਜਾਣਦੇ ਨੇ, ਰਾਜਨੀਤਿਕ ਔਰ ਗੈਰ ਰਾਜਨੀਤਿਕ ਵੀ, ਕਿ ਪੰਜਾਬ ਦੇ ਵਿੱਚ ਕੀ ਬਾਹਰਲੇ ਸੂਬਿਆਂ ਦੇ ਵਿੱਚ ਵੀ ਜਿਹੜਾ ਮੰਡੀ ਬੋਰਡ ਹੁੰਦਾ ਹੈ ਉਹ ਬਹੁਤ ਸਾਰੀਆਂ ਪਿੰਡਾਂ ਦੀ ਡਿਵੈਲਪਮੈਂਟ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਹੈ ਉਹ ਮੰਡੀ ਬੋਰਡ ਦੇ ਥਰੂ ਆਉਂਦਾ ਹੈ ਔਰ ਮੰਡੀ ਬੋਰਡ ਉਸ ਫੰਡ ਨੂੰ ਜਿਹੜਾ ਹੈ ਉਹ ਲੈਂਦਾ ਹੈ। ਉਹ ਫੰਡ ਕੀ ਹੈ? ਉਹ ਫੰਡ ਹੈ ਉਹ ਫੰਡ ਹੈ ਕਿ ਉਹਦੇ ਨਾਲ ਸਾਡੇ ਪਿੰਡਾਂ ਦੀਆਂ ਜਿਹੜੀਆਂ ਵਿਕਾਸ ਹੁੰਦਾ ਹੈ, ਮੰਡੀ ਬੋਰਡ ਵੱਲੋਂ ਪੈਸੇ ਆਉਂਦੇ ਨੇ, ਸੜਕਾਂ ਬਣਦੀਆਂ ਨੇ, ਹੋਰ ਬਹੁਤ ਸਾਰੇ ਕੰਮ ਹੁੰਦੇ ਹਨ ਜਿਹੜੇ ਮੰਡੀ ਬੋਰਡ ਦੇ ਰਾਹੀਂ ਹੁੰਦੇ ਹਨ। ਦੂਸਰਾ, ਮੰਡੀ ਬੋਰਡ ਜਾਂ ਮਾਰਕੀਟ ਕਮੇਟੀ ਦਾ ਮੇਨ ਕੰਮ ਕੀ ਹੁੰਦਾ ਹੈ? ਜਿਹੜੀ ਵੀ ਫਸਲ ਆਉਂਦੀ ਹੈ ਉਹਦਾ ਪੂਰਾ ਬੰਦੋਬਸਤ ਮਾਰਕੀਟ ਕਮੇਟੀ ਜਾਂ ਮੰਡੀ ਬੋਰਡ ਕਰਦਾ ਹੈ। ਜਿਹੜੇ ਕਿਸਾਨਾਂ ਨੂੰ ਜੇ ਫਾਰਮ ਦਿੱਤੇ ਜਾਂਦੇ ਹਨ ਉਹਦਾ ਰਿਕਾਰਡ ਜਿਹੜਾ ਹੈ ਉਹ ਮੰਡੀ ਬੋਰਡ ਜਾਂ ਮਾਰਕੀਟ ਕਮੇਟੀ ਕੋਲ ਹੁੰਦਾ ਹੈ। ਪਰ ਇਸ ਆਰਡੀਨੈਂਸ ਦੇ ਆਉਣ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਦਾ ਰੋਲ ਖਤਮ ਹੋ ਜਾਵੇਗਾ ਤੇ ਕਿੱਥੋਂ ਫਸਲ ਆਈ, ਕਿੱਥੇ ਗਈ, ਉਹਦਾ ਕੀ ਹੋਇਆ, ਇਹਦਾ ਕੋਈ ਰਿਕਾਰਡ ਨਹੀਂ ਰਹੇਗਾ, ਕੋਈ ਲੇਖਾ ਜੋਖਾ ਨਹੀਂ ਰਹੇਗਾ, ਕੋਈ ਵੀ ਕਿਤੇ ਨਾ ਕਿਤੇ ਇਹਦਾ ਕੁਝ ਨਹੀਂ ਰਹੇਗਾ। ਹੁਣ ਦੂਸਰੀ ਗੱਲ ਤੇ ਆਪਾਂ ਆ ਜਾਂਦੇ ਹਾਂ ਕੰਟਰੈਕਟ ਫਾਰਮਿੰਗ। ਕੰਟਰੈਕਟ ਫਾਰਮਿੰਗ ਦੇ ਵਿੱਚ ਕਿਸਾਨ ਭਰਾਵੋ ਤੁਹਾਨੂੰ ਸਭ ਤੋਂ ਜ਼ਰੂਰੀ ਸਮਝਣ ਦੀ ਗੱਲ ਕੀ ਹੈ, ਜਿੱਥੇ ਸਾਨੂੰ ਗੁੰਮਰਾਹ ਕਰ ਰਹੇ ਹਨ। ਗੁੰਮਰਾਹ ਕਰ ਰਿਹਾ ਹੈ ਜਿੱਦਾਂ ਪੰਜਾਬ ਦੇ ਵਿੱਚ ਅਕਾਲੀ ਦਲ ਸਾਨੂੰ ਗੁੰਮਰਾਹ ਕਰ ਰਿਹਾ ਹੈ ਕਿ ਕੇਂਦਰ ਕਹਿ ਰਿਹਾ ਹੈ ਕਿ ਜੀ ਕਿਤੇ ਵੀ ਕੋਈ ਜਿਹੜੀ ਹੈ ਉਹ MSP ਖਤਮ ਨਹੀਂ ਕੀਤੀ ਜਾਏਗੀ। ਉਹਨਾਂ ਨੇ ਇੱਕ ਚਿੱਠੀ ਲਿਖਾ ਲਈ, ਚਿੱਠੀ ਦਾ ਕੋਈ ਮਾਇਨਾ ਨਹੀਂ ਹੈ। ਜੇਕਰ ਕਰਨਾ ਹੈ ਤਾਂ ਜਿਹੜਾ ਸੰਸਦ ਜਿਹੜਾ ਸਤਰ ਸ਼ੁਰੂ ਹੋਣ ਜਾ ਰਿਹਾ, ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਉਹਦੇ ਵਿੱਚ ਸਰਕਾਰ ਇੱਕ ਬਿੱਲ ਪਾਸ ਕਰੇ ਕਿ MSP ਖਤਮ ਨਹੀਂ ਹੋਏਗੀ। ਦੂਸਰਾ ਬਿੱਲ ਪਾਸ ਕਰੇ ਕਿ ਕੰਟਰੈਕਟ ਫਾਰਮਿੰਗ ਜਿਹੜੀ ਹੈ ਉਹਦੇ ਨਿਯਮ ਬਦਲੇ ਜਾਣਗੇ ਜਿਹੜੇ ਇਹਨਾਂ ਨੇ ਇਹਨਾਂ 3 ਖੇਤੀ ਆਰਡੀਨੈਂਸਾਂ ਦੇ ਵਿੱਚ ਲਿਆਂਦੇ ਹਨ। ਉਹ ਹੈ ਕਿ ਕੰਟਰੈਕਟ ਫਾਰਮਿੰਗ ਦੇ ਤਹਿਤ ਪਹਿਲਾਂ ਕੀ ਹੁੰਦਾ ਸੀ, ਜੇ ਮੈਂ ਦੋ ਚੀਜ਼ਾਂ ਨੂੰ ਹੁਣ ਕੰਪੇਅਰ ਕਰ ਦਿੰਦਾ। ਜੇ ਪੰਜਾਬ APMC ਮੰਡੀ ਐਕਟ 2017 ਨੂੰ ਤੇ ਜਿਹੜਾ ਖੇਤੀ ਆਰਡੀਨੈਂਸ ਜਿਹੜਾ ਹੁਣ ਆਇਆ ਹੈ ਉਹਨੂੰ ਜੇ ਕੰਪੇਅਰ ਕਰ ਲਈਏ ਤੇ ਪੰਜਾਬ ਖੇਤੀ ਜਿਹੜਾ APMC ਐਕਟ ਹੈ ਉਹ ਇਹ ਕਹਿੰਦਾ ਹੈ ਕਿ ਅਸੀਂ ਜਿਹੜਾ ਹੈ ਕਿਸਾਨ ਦੀ ਜੇ ਕਿਸੇ ਪ੍ਰਾਈਵੇਟ ਪਲੇਅਰ ਦੇ ਨਾਲ ਕੰਟਰੈਕਟ ਹੋ ਵੀ ਜਾਂਦਾ ਹੈ ਤੇ ਅਸੀਂ ਉਹਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ
ਜਿਹੜਾ ਹੈ ਉਹ ਮਾਰਕੀਟ ਕਮੇਟੀ ਤਿਆਰ ਹੈ। ਉਹਦੇ ਚ ਹੁੰਦਾ ਇਹ ਹੈ ਕਿ ਅਗਰ ਕੋਈ ਕੰਪਨੀ ਡਿਫਾਲਟਰ ਹੋ ਜਾਂਦੀ ਹੈ ਤੇ ਉਹ ਪੈਸਾ ਜਿਹੜਾ ਕਿ ਕਿਸਾਨ ਨਾਲ ਉਹਨਾਂ ਦੀ ਤੈਅ ਹੁੰਦਾ ਹੈ ਕਿ ਇੰਨਾ ਪੈਸਾ ਅਸੀਂ ਤੁਹਾਨੂੰ ਇਸ ਸਮੇਂ ਦੇ ਹਿਸਾਬ ਨਾਲ ਦੇਵਾਂਗੇ, ਉਹ ਨਹੀਂ ਦੇਵੇਗਾ ਤੇ ਜਿਹੜਾ ਮਾਰਕੀਟ ਕਮੇਟੀ ਦਾ ਸੈਕਟਰੀ ਹੈ ਉਹ ਇਹਦੇ ਵਿੱਚ ਦਖਲਅੰਦਾਜ਼ੀ ਕਰੇਗਾ ਤੇ ਜ਼ਰੂਰਤ ਪੈਣ ਦੇ ਉੱਤੇ ਕੰਪਨੀ ਦੇ ਜਿਹੜੇ ਉਹਦੀ ਕੋਈ ਪ੍ਰਾਪਰਟੀ ਹੈ ਉਸ ਨੂੰ ਵੇਚ ਕੇ ਕਿਸਾਨਾਂ ਦੇ ਪੈਸੇ ਜਿਹੜੇ ਆ ਦਿੱਤੇ ਜਾਣਗੇ। ਦੂਸਰਾ, ਜੇ ਉੱਥੇ ਫੈਸਲਾ ਨਹੀਂ ਹੁੰਦਾ ਤੇ ਐਸਡੀਐਮ ਦੇ ਕੋਲ ਜਾ ਸਕਦੇ ਹੋ, ਐਸਡੀਐਮ ਕੋਲ ਨਹੀਂ ਹੁੰਦਾ ਤੇ ਡੀਸੀ ਕੋਲ ਜਾ ਸਕਦੇ ਹੋ, ਜੇ ਡੀਸੀ ਕੋਲ ਨਹੀਂ ਹੁੰਦਾ ਤਾਂ ਤੁਸੀਂ ਕੋਰਟ ਜਾ ਸਕਦੇ ਹੋ। ਪਰ ਹੁਣ ਅਸਲੀ ਜਿਹੜਾ ਲੋਕਾਂ ਦੇ ਨਾਲ ਧੋਖਾ ਕੀਤਾ ਗਿਆ ਹੈ ਮੈਂ ਉਹਦੇ ਉੱਤੇ ਚਾਨਣਾ ਪਾਉਣਾ, ਉਹ ਇਹ ਹੈ ਕਿ ਇਹਨਾਂ 3 ਖੇਤੀ ਆਰਡੀਨੈਂਸਾਂ ਦੇ ਤਹਿਤ, ਕੰਟਰੈਕਟ ਫਾਰਮਿੰਗ ਦੇ ਤਹਿਤ, ਜੇਕਰ ਤੁਸੀਂ ਕੰਟਰੈਕਟ ਫਾਰਮਿੰਗ ਦੇ ਵਿੱਚ ਕਿਸੇ ਪ੍ਰਾਈਵੇਟ ਕੰਪਨੀ ਦੇ ਨਾਲ ਆ ਜਾਂਦੇ ਹੋ ਤੇ ਤੁਹਾਡੀ ਸੁਣਵਾਈ ਸ਼ਾਇਦ ਕਿਤੇ ਵੀ ਨਾ ਹੋਵੇ। ਕਿਵੇਂ? ਜੇਕਰ ਕੰਪਨੀ ਡਿਫਾਲਟ ਹੁੰਦੀ ਹੈ ਤੇ ਤੁਸੀਂ ਉਹ ਮੁੱਦਾ ਤੁਸੀਂ ਆਪਣਾ ਲੈ ਕੇ ਐਸਡੀਐਮ ਕੋਲ ਜਾ ਸਕਦੇ ਹੋ। ਐਸਡੀਐਮ ਤੋਂ ਬਾਅਦ ਫਾਈਨਲ ਅਥਾਰਟੀ ਡੀਸੀ ਹੈ। ਅਗਰ ਤੁਹਾਨੂੰ ਇਹਨਾਂ ਦੋਵਾਂ ਕੋਲੋਂ ਨਿਆਂ ਨਹੀਂ ਮਿਲਦਾ ਤੇ ਉਹਦੇ ਵਿੱਚ ਕੋਈ ਵੀ ਪ੍ਰੋਵੀਜ਼ਨਿੰਗ ਨਹੀਂ ਹੈ ਕਿ ਤੁਸੀਂ ਕੋਰਟ ਜਾ ਸਕੋ। ਸੋ ਕਿਸਾਨ ਵੀਰੋ, ਸਮਝਣ ਵਾਲੀ ਗੱਲ ਇਹ ਹੈ ਕਿ ਸਰਕਾਰ ਨੇ ਤੁਹਾਨੂੰ ਤੁਹਾਡੀ ਹੀ ਜ਼ਮੀਨ ਤੋਂ ਰਹਿਤ ਕਰਨ ਦਾ ਇੱਕ ਬਹੁਤ ਵੱਡਾ ਮਨਸੂਬਾ ਬਣਾ ਲਿਆ ਹੈ। ਇਹ ਮੈਂ ਕੇਂਦਰ ਸਰਕਾਰ ਦੀ ਗੱਲ ਕਰ ਰਿਹਾ ਹਾਂ। ਤੁਸੀਂ ਆਪਣੇ ਹੀ ਕੰਟਰੈਕਟ ਨੂੰ ਲੈ ਕੇ ਕੋਰਟ ਦੇ ਵਿੱਚ, ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾ ਸਕਦੇ। ਗੁੰਮਰਾਹ ਨਾ ਹੋ ਕੋਈ ਵੀ, ਚਾਹੇ ਉਹ ਪਾਰਟੀ ਹੈ। ਇਸ ਵੇਲੇ ਅਕਾਲੀ ਦਲ ਬੜੀ ਪੈਰਵੀ ਕਰ ਰਿਹਾ ਹੈ ਕਿ ਇਹ ਇਦਾਂ ਨਹੀਂ ਹੋਵੇਗਾ, ਉਦਾਂ ਨਹੀਂ ਹੋਵੇਗਾ। ਪੰਜਾਬ ਤੋਂ 2 ਸੰਸਦ ਮੈਂਬਰ ਨੇ, ਇੱਕ ਹੀ ਪਰਿਵਾਰ ਦੇ 2 ਮੈਂਬਰ ਨੇ। ਇਹਨਾਂ ਦੀ ਆਮ ਸਹਿਮਤੀ ਬਣਨੀ ਚਾਹੀਦੀ ਹੈ। ਇਹਨਾਂ ਨੂੰ ਉੱਥੇ ਇਹ ਬਿੱਲ ਪਾਸ ਕਰਾਉਣਾ ਚਾਹੀਦਾ ਹੈ ਕਿ ਕੰਟਰੈਕਟ ਫਾਰਮਿੰਗ ਦੇ ਨਿਯਮ ਬਦਲੇ ਜਾਣਗੇ, ਜਾਂ ਇਹਨਾਂ ਨੂੰ ਇਹ ਬਿੱਲ ਪਾਸ ਕਰਾਉਣਾ ਚਾਹੀਦਾ ਹੈ ਕਿ ਐਮਐਸਪੀ ਕਿਤੇ ਵੀ ਖਤਮ ਨਹੀਂ ਹੋਵੇਗੀ। ਇਹਨਾਂ ਨੂੰ ਇਹ ਬਿੱਲ ਪਾਸ ਕਰਾਉਣਾ ਚਾਹੀਦਾ ਹੈ ਕਿ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਖਰੀਦ ਸਰਕਾਰੀ ਏਜੰਸੀਆਂ ਕਰਨਗੀਆਂ। ਇਹਨਾਂ ਨੂੰ ਇਹ ਵੀ ਬਿੱਲ ਪਾਸ ਕਰਾਉਣਾ ਚਾਹੀਦਾ ਹੈ ਕਿ ਜਿਹੜੀ ਸ਼ਾਂਤਾ ਕੁਮਾਰ ਦੇ ਰਹਿਨੁਮਾਈ ਹੇਠ ਇੱਕ ਕਮੇਟੀ ਬਣੀ ਸੀ ਜਿਹੜੀ ਕਹਿੰਦੀ ਹੈ ਕਿ ਐਫਸੀਆਈ ਨੂੰ ਖਤਮ ਕਰ ਦੇਣਾ ਚਾਹੀਦਾ ਹੈ, ਇਹ ਐਸੀ ਕੋਈ ਵੀ ਗਲਤੀ ਜਿਹੜੀ ਹੈ ਉਹ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ। ਇਹ ਵੀ ਇੱਕ ਬਿੱਲ ਪਾਸ ਕਰਾਉਣਾ ਚਾਹੀਦਾ ਹੈ। ਤੇ ਦੂਸਰੀ ਗੱਲ, ਕੱਲ ਜਿਹੜੇ ਕਿਸਾਨਾਂ ਨੇ ਪਿਪਲੀ ਦੇ ਵਿੱਚ, ਹਰਿਆਣਾ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ, ਸ਼ਾਂਤਮਈ ਰੂਪ ਦੇ ਨਾਲ ਪ੍ਰਦਰਸ਼ਨ ਕਰ ਰਹੇ ਸਨ, ਉਹਨਾਂ ਕਿਸਾਨਾਂ ਦੇ ਉੱਤੇ ਇੰਨਾ ਲਾਠੀ ਚਾਰਜ ਹੋਇਆ, ਇੰਨਾ ਉਹਨਾਂ ਨੂੰ ਜਿਹੜਾ ਹੈ ਮਾੜੇ ਤਰੀਕੇ ਦੇ ਨਾਲ ਉਹਨਾਂ ਨਾਲ ਦੁਰਵਿਹਾਰ ਕੀਤਾ ਗਿਆ। ਸੋ ਸਰਕਾਰ ਇੱਕ ਕੰਨ ਖੋਲ ਕੇ ਸੁਣ ਲਏ ਕਿ ਤੁਸੀਂ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦੇ, ਤੁਸੀਂ ਸਾਡੀ ਆਵਾਜ਼ ਨੂੰ ਖਤਮ ਨਹੀਂ ਕਰ ਸਕਦੇ, ਤੁਸੀਂ ਸਾਨੂੰ ਰੋਕ ਨਹੀਂ ਸਕਦੇ। ਅਸੀਂ ਦੇਸ਼ ਦੀ 70% ਆਬਾਦੀ ਆ ਤੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ ਤੇ ਤੁਹਾਨੂੰ ਤੁਹਾਡੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ। ਜੈ ਹਿੰਦ, ਜੈ ਕਿਸਾਨ, ਜੈ ਪੰਜਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।